दो किताबों में अफसियाँ एक तो 17-18 पढ़ी थी ना। ठीक है। हाँ जी। सो प्रभु का धन्यवाद भी विषय थोड़ा जहा गंभीर है पर ध्यान ना सुनोगे समझ आ जाओ। हाँ जी। असं नवे जन्म में देख रहे हैं। सारा विषय चल रहा है काफ़ी दिनों तो कि जो कोई परमेश्वर वाल प्रभु वाल मौका आया तो की घटना घटती है तो जीवन परमेश्वर वालों और पुत्र वालों और पवित्र आत्मा हाँ पवित्र आत्मा वालों जी घटना घटती वो काफ़ी घटना सीखिया देखिए आप एक खास चीज़ आ जिन्हों आप देख रहे हैं वो है नवा जन्म। हालेलुया। नवा जन्म नहीं तो सारा जीवन कुछ भी नहीं। नवा जन्म में तो असं मिट्टी हैं तो मिट्टी में ही खत्म हो जाना। हालेलुया। नवा जन्म में तो गाँव अगे आशा है का नवे जन्म का भी काम अगे पूरा होना है तो वक्री गल पर पहला आप बेस देख लिए ना नींह हैगी या कि नहीं घर बनाने लगे हैं बहुत नींह हैगी किसी ने लिखा जो बुद्धवान है उन्हें चट्टान से जी नींह रखी है जो मूर्ख से उन्हें कहा कदों मेहनत करनी नहीं पट्टन पुट्टन का करो इदा ही उत्ते चक दो काम जो नेरियाँ आईया मीह आए हड़ आए तो घर सारे सारा ढह गया रुड़ गया। हालेलुया। ਇਹਦਾ मतलब ਉਹਨੇ ਕਾਲੇ ਕਾਲੇ ਨੇ ਉਹਨੇ ਬਾਵਾ ਪੈਸਾ ਤਾਂ ਉਹਨੇ ਵੀ ਬਾਵਾ ਹੀ ਲਾਇਆ ਹੋਣਾ ਠੀਕ ਠਾਕ ਬਣਾਇਆ ਘਰ ਦਿਖਾਵੇ ਦੀ ਬਹੁਤ ਸੋਹਣਾ ਘਰ ਹੈ ਖਰਚ ਵੀ ਕਾਫੀ ਕੀਤਾ ਪਰ ਸਾਰਾ ਕੀ ਹੋ ਗਿਆ ਖਰਚ ਜਿਹੜਾ ਨੀਂਹ ਬਣਾਉਣ ਚ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ ਉੱਪਰ ਦਿਖਾਵੇ ਦਾ ਖਰਚ ਬਹੁਤ ਜ਼ਿਆਦਾ ਹੋ ਗਿਆ ਅੱਜ ਬਹੁਤ ਦਿਖਾਵੇ ਦਾ ਖਰਚ ਬਹੁਤ ਜ਼ਿਆਦਾ ਦਿਖਾਵੇ ਦੀ ਭਗਤੀ ਬਹੁਤ ਜ਼ਿਆਦਾ ਪਰ ਜੜ ਵਾਲੀ ਭਗਤੀ ਹੈ ਨਹੀਂ ਸੋ ਜਿਹੜੀ ਭਗਤੀ ਦੇ ਪੈਰਨਗੇ ਉਹ ਭਗਤੀ ਟਿਕ ਸਕਦੀ ਟਿਕ ਨਹੀਂ ਸਕਦੀ ਇਸ ਲਈ ਸਾਨੂੰ ਇਹ ਜਿਹੜਾ ਨਵਾਂ ਜਨਮ ਹੈ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਹਾਲੇਲੂਇਆ। ਹਾਲੇਲੂਇਆ। ਮਰੇ ਦੀ ਗਹਿਰਾਈ ਨੂੰ ਅਸੀਂ ਖੁਦ ਆਪ ਵੀ 20 ਸਾਲ ਬੰਦਗੀ ਕਰਨ ਦੇ ਬਾਵਜੂਦ ਵੀ ਅਸੀਂ ਇਹਨੂੰ ਸਮਝ ਸਕੇ ਨਹੀਂ ਨਾ ਇੱਧਰ ਨੂੰ ਕਦੀ ਸਾਡਾ ਧਿਆਨ ਗਿਆ ਸੀ ਨਾ ਕੋਈ ਸਾਡਾ ਧਿਆਨ ਇੱਧਰ ਨੂੰ ਲੈ ਕੇ ਗਿਆ ਸੀ। ਜਿੱਦਾਂ ਸੰਸਾਰ ਵਿੱਚ ਅੱਜ ਚੱਲਦਾ ਹੈ ਬੰਦਗੀਆਂ ਲੋਕੀ ਕਹਿੰਦੇ ਵੀ ਉੱਥੇ ਬਿਮਾਰ ਚੰਗੇ ਹੋ ਜਾਂਦੇ ਉੱਥੋਂ ਬਰਕਤਾਂ ਮਿਲ ਜਾਂਦੀਆਂ ਭੂਤ ਨਿਕਲ ਜਾਂਦੇ ਆ ਇਹ ਸੋਚ ਕੇ ਅਸੀਂ ਵੀ ਲੱਗ ਗਏ ਸੀ ਪਿੱਛੇ ਤੇ ਜਿਹੜੇ ਅਸੀਂ ਵੀ ਪਿੱਛੇ ਲਾਏ ਸੀ ਉਹਨਾਂ ਨੂੰ ਵੀ ਇਸੇ ਗੱਲ 'ਚ ਹੀ ਲਾਇਆ ਹੋਇਆ ਸੀ ਤੁਹਾਡਾ ਸੂਰਤ ਆ ਜਾਊਗਾ ਤੁਹਾਡਾ ਸੂਰਤ ਆ ਜਾਊਗਾ। ਹਾਲੇਲੂਇਆ। ਪਰ ਜਦੋਂ ਫਿਰ ਮੈਂ ਅਮਰੀਕਾ ਵਿੱਚ ਦੂਸਰੀ ਵਾਰੀ ਗਿਆ ਤੇ ਉਸ ਜਗ੍ਹਾ 'ਤੇ ਫਿਰ ਮੈਨੂੰ ਪ੍ਰਭੂ ਦਾ ਇਹ ਪ੍ਰਕਾਸ਼ਨ ਇੱਕ ਦਾਸ ਦੇ ਥਰੂ ਮਿਲ ਗਿਆ ਜਿਹੜੇ ਹੁਣ ਦਾਸ ਪ੍ਰਭੂ ਦੇ ਕੋਲ ਜਾ ਚੁੱਕੇ ਹਨ। ਹਾਲੇਲੂਇਆ। ਪਰ ਪ੍ਰਭੂ ਦਾ ਧੰਨਵਾਦ ਮੈਨੂੰ ਟਾਈਮ ਦੇ ਨਾਲ ਪਹੁੰਚਾ ਦਿੱਤਾ ਗਿਆ ਸਹੀ ਹੋਣਾ। ਹਾਲੇਲੂਇਆ। ਹਾਲੇਲੂਇਆ। ਸੋ ਉਸ ਤੋਂ ਬਾਅਦ ਫਿਰ ਅਸੀਂ ਇਸ ਗੱਲ ਦੀ मनन किया और इस गल नूं खुद मैनू अपने आप को समझण लई ही मैनू पास्टर नूं समझण नूं 9 महीने लग गए किने इस नवे जन्म की गल नूं चंगी तरह समझण लई क्योंकि जो चंगी तरह समझांगे ना फिर साडे बड़े भुलेखे निकलने। हालेलुया। हालेलुया। ते जे चंगी तरह नहीं समझांगे भरम किन्ने बने रहणगे है ना फिर भी कितना कितने अभिलाषा छुपी रहूगी ते अभिलाषा का नवे जन्म के कोई भी स्थान हैगा नहीं। हालेलुया। और खुदा ये पूरे काम नूं अपने हाथ में लैके कर रहा टोटल काम साडी ये कोई भगती भुगती का वास्ता है नहीं साडे कोई ज्ञान का वास्ता है नहीं गा क्योंकि असीं तां पाप दे विच की हाँ मरे पे हाँ साडी सुरत पाप ने की कीती आ मारी पई आ जिन्नी देर तक साडे कोल यीशु मसीह का नाम पहुँचया नहीं जदों नाम पहुँचया एक अभिषेक दास के थ्रू तो फिर साडी जीवन दे विच एक चानण चमकिया। हालेलुया। उस चानण दे विच रहिंदे होए मैं एक फैसला मैनूं लैण दा प्रभु अधिकार दिंदा उहदे च प्रभु आप कोई दखलअंदाजी करदा नहीं। जन्म नवे जन्म के दूसरे हिस्से की गल करदा पहले च सारा काम आप करदा दूजे ते सारा काम किते छड्ड दिंदा यानी कि
ਮਿਕਸ ਰਲਾ ਪਾਉਂਦਾ ਮਿਲਾਵਟ ਕਰਦਾ ਨਹੀਂ। ਪਹਿਲਾਂ ਪਿਓਰ ਟੋਟਲ ਕੰਮ ਜਿਹੜਾ ਸਾਡੇ ਕੋਲ ਹੋ ਹੀ ਨਹੀਂ ਸਕਦਾ ਉਹ ਕਰ ਲੈਂਦਾ। ਹੁਣ ਜਿਹੜਾ ਸਾਡੇ ਕੋਲ ਹੋ ਸਕਦਾ ਆ ਸਾਡੇ ਤੇ ਛੱਡ ਦਿੰਦਾ ਆ, ਸਾਨੂੰ ਕਰਨ ਲਈ ਮਜਬੂਰ ਕਰਦਾ ਨਹੀਂ। ਆਹ ਗੱਲ ਹੈ ਜੇ ਤੇ ਆਪਾਂ ਧਿਆਨ ਕਰਾਂਗੇ, ਸਾਨੂੰ ਉਹ ਮਜਬੂਰ ਕਰਦਾ ਨਹੀਂ। ਅਸੀਂ ਕਿਸੇ ਵੀ ਮੰਜ਼ਿਲ ਤੋਂ ਕਿਸੇ ਵੀ ਪੰਥ ਤੋਂ ਅਸੀਂ ਪ੍ਰਭੂ ਵੱਲ ਮੁੜੇ ਹਾਂ, ਠੀਕ ਹੈ। ਸਾਨੂੰ ਕਿਤੇ ਵੀ ਪ੍ਰਭੂ ਦੀ ਕੋਈ ਤਾਲੀਮ ਠੀਕ ਨਹੀਂ ਲੱਗਦੀ, ਗਿਆਨ ਠੀਕ ਨਹੀਂ ਲੱਗਦਾ, ਕੁਝ ਵੀ ਠੀਕ ਨਹੀਂ ਲੱਗਦਾ, ਜਾਂ ਸਾਨੂੰ ਸਾਡਾ ਮਨ ਹੀ ਨਿਗਾ ਚਲੋ ਜੋ ਵੀ ਸੀਗਾ ਅਣਜਾਣੇ ਵਿੱਚ ਅਸੀਂ ਆਪਣੀ ਖੁਆਇਸ਼ ਪੂਰੀ ਕਰਵਾ ਲਈ ਤੇ ਹੁਣ ਗਾਂ ਜੋ ਨਿਯਮ ਹੈ ਉੱਤੇ ਚੱਲਣਾ ਸਾਨੂੰ ਔਖਾ ਲੱਗਦਾ ਆ, ਤੇ ਅਸੀਂ ਕੀ ਕਰ ਸਕਦੇ ਹਾਂ? ਜਾ ਸਕਦੇ ਹਾਂ। ਪ੍ਰਭੂ ਕਦੀ ਵੀ ਮਜਬੂਰ ਕਰੂਗਾ ਨਹੀਂ, ਕਿਉਂਕਿ ਮੈਂ ਆਪਣੇ ਮਨੋਂ ਫੈਸਲਾ ਲੈਣਾ ਕਿ ਜਿਹੜੇ ਪਰਮੇਸ਼ਰ ਨੇ ਮੇਰੇ ਜੀਵਨ ਦੇ ਵਿੱਚ ਆਹ ਕੰਮ ਕੀਤਾ, ਮੈਂ ਇਸ ਪਰਮੇਸ਼ਰ ਦੇ ਪਿੱਛੇ ਆਪਣੀ ਆਜ਼ਾਦ ਮਰਜ਼ੀ ਨਾਲ ਚੱਲਣਾ ਚਾਹੁੰਦਾ ਹਾਂ। ਮੇਰਾ ਕੋਈ ਰਿਸ਼ਤੇਦਾਰ, ਕੋਈ ਭੈਣ ਭਰਾ, ਮੇਰੀ ਪਤੀ ਪਤਨੀ, ਕੋਈ ਵੀ ਮੇਰੇ ਤੇ ਇਸ ਗੱਲ ਲਈ ਜ਼ੋਰ ਪਾ ਸਕਦੇ ਨਹੀਂ ਵੀ ਤੂੰ ਕੀ ਕਰ, ਇਹਦੇ ਤੋਂ ਪਿੱਛੇ ਹਟ। ਇਹ ਮੇਰੀ ਆਜ਼ਾਦ ਮਰਜ਼ੀ। ਹਾਲੇਲੂਇਆ, ਹਾਲੇਲੂਇਆ। ਦੁਨੀਆ ਮੈਨੂੰ ਰੋਕ ਨਹੀਂ ਸਕੂਗੀ ਤੇ ਪਰਮੇਸ਼ਰ ਮੇਰੇ ਤੇ ਪ੍ਰੈਸ਼ਰ ਨਹੀਂ ਪਾ ਸਕੂਗਾ ਉਸ ਕੰਡੀਸ਼ਨ ਵਿੱਚ ਜਿਹਦੇ 'ਚ ਆਪਾਂ ਹੁੰਦਾ ਅੱਗੇ ਜਾ ਕੇ ਐਂਟਰ ਹੋਣਾ। ਹਾਲੇਲੂਇਆ। ਹੁਣ ਇਹਦੇ 'ਚ ਵਿਵੇਕ ਦੀ ਗੱਲ ਚੱਲੀ ਸੀ ਕਿ ਵਿਵੇਕ ਵੀ ਸਾਨੂੰ ਕੀ ਕਰਦਾ ਹੈ, ਕੁਦਰਤ ਵੀ ਸਾਨੂੰ ਕੀ ਕਰਦੀ ਆ, ਕਿਤੇ ਨਾ ਕਿਤੇ ਸਾਨੂੰ ਚੇਤਾਵਨੀ ਦਿੰਦੀ ਰਹਿੰਦੀ, ਦੱਸਦੀ ਰਹਿੰਦੀ ਆ, ਇਸ਼ਾਰਾ ਕਰਦੀ ਰਹਿੰਦੀ ਆ ਕਿ ਕੋਈ ਬੰਦਾ ਇਦਾਂ ਨਹੀਂ ਕਹੂਗਾ ਕਿ ਮੇਰੇ ਲਈ ਇੰਤਜ਼ਾਮ ਹੋਇਆ ਨਹੀਂ, ਸੱਚੇ ਰੱਬ ਨੂੰ ਮੋੜਨ ਵਾਸਤੇ ਮੈਨੂੰ ਕੋਈ ਇਸ਼ਾਰਾ ਮਿਲਿਆ ਨਹੀਂ, ਇਦਾਂ ਕੋਈ ਕਹਿ ਸਕੂਗਾ? ਕੋਈ ਵੀ ਨਹੀਂ ਕਹਿ। ਜੰਗਲਾਂ 'ਚ ਰਹਿਣ ਵਾਲਾ ਵੀ ਕਹਿ ਨਹੀਂ ਸਕੂਗਾ। ਹਾਲੇਲੂਇਆ। ਜੰਗਲਾਂ 'ਚ ਪਾਦਰੀ ਨਾ ਪਹੁੰਚੇ, ਖੁਦਾ ਦੀ ਕੁਦਰਤ ਹੈਗੀ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਜੰਗਲਾਂ 'ਚ ਪਾਦਰੀ ਨਾ ਪਹੁੰਚੇ, ਸਾਨੂੰ ਦਿੱਤਾ ਹੋਇਆ ਪ੍ਰਮਾਤਮਾ ਦਾ ਵਿਵੇਕ ਜਾਂ ਜ਼ਮੀਰ ਜਾਂ ਅੰਤਰ ਆਤਮਾ ਹੈਗਾ। ਹਾਲੇਲੂਇਆ, ਹਾਲੇਲੂਇਆ। ਇਹ ਚੀਜ਼ਾਂ ਹੈ ਜਿਨ੍ਹਾਂ ਨੂੰ ਆਪਾਂ ਡੀਪਲੀ ਸੁਣ ਰਹੇ ਹਾਂ। ਸੋ ਦੂਸਰਾ ਕਰੰਥੀਆਂ 4 ਦੇ 4 ਤੋਂ 6 ਜਿਹੜੀ ਆ ਉਹਦਾ ਹਿੰਟ ਨੂੰ ਮੈਂ ਰਿਪੀਟ ਕਰ ਦੇਵਾਂ ਜਾਂ ਅੱਗੇ ਵਧੀਏ? ਹਲਕਾ ਜਿਹਾ ਬੋਲ ਦੇਵਾਂ। 4 ਤੋਂ 6 ਤੱਕ ਜਿਹੜਾ ਹਿੰਟ ਦਿੱਤਾ ਸੀਗਾ ਕਰ ਦਈਏ ਨਾ, ਤਾਂ ਕਿ ਚੰਗੀ ਤਰ੍ਹਾਂ ਮਨ 'ਚ ਬੈਠ ਜਾਵੇ ਗੱਲਾਂ ਸਾਰੀਆਂ। ਇਸ ਗੱਲ ਦੇ ਵਿੱਚੋਂ ਜਿਹੜਾ ਦੂਸਰਾ ਕਰੰਥੀ 4 ਦੇ 4-6 ਦੇ ਵਿੱਚੋਂ ਜੋ ਸਾਨੂੰ ਪ੍ਰਕਾਸ਼ ਨਿਕਲ ਕੇ ਆਇਆ, ਇੱਕ ਵਚਨ ਹੈ, ਇੱਕ ਵਚਨ ਦਾ ਕੀ ਆ? ਪ੍ਰਕਾਸ਼। ਇੱਕ ਬਲਬ ਆ, ਇੱਕ ਬਲਬ ਦਾ ਕੀ ਆ? ਪ੍ਰਕਾਸ਼। ਹਾਲੇਲੂਇਆ। ਸੋ ਪ੍ਰਕਾਸ਼ ਦੇ ਨਾਲ ਹੀ ਗੱਲ ਬਣਨੀ ਹੈ ਨਾ। ਬਲਬ ਟੰਗ ਦਿਓ ਤੇ ਵਿੱਚ ਪ੍ਰਕਾਸ਼ ਹੋਵੇ ਨਾ, ਉਹਦਾ ਵੀ ਕੋਈ ਫਾਇਦਾ ਨਹੀਂ। ਬਾਈਬਲ ਸਾਰਿਆਂ ਦੇ ਹੱਥ ਵਿੱਚ ਆ, ਪਰ ਜਿਹੜਾ ਪ੍ਰਕਾਸ਼ ਮਿਲਣਾ ਆ ਜਦੋਂ ਸੰਪਰਕ ਆਤਮਾ ਦੇ ਨਾਲ ਹੋਣਾ, ਮੇਰੀ ਆਤਮਾ ਦਾ, ਫੇਰ ਪ੍ਰਕਾਸ਼ ਮਿਲਣਾ। ਬਿਨਾਂ ਆਤਮਾ ਤੋਂ ਕੋਈ ਨਹੀਂ ਜਾਣ ਸਕਦਾ ਨਹੀਂ। ਸੋ ਆਤਮਾ ਦੀਆਂ ਤਾਰਾਂ ਜਦੋਂ ਮੇਰੀ ਆਤਮਾ ਦੀਆਂ ਤਾਰਾਂ ਨਾਲ ਜੁੜਨਗੀਆਂ ਤੇ ਇਹ ਬਲਬ ਕੀ ਹੋਗਾ? ਇਹ ਜਿਹੜਾ ਬਲਬ ਆ ਇਹ ਕੀ ਹੋਗਾ? ਪ੍ਰਕਾਸ਼। ਪ੍ਰਕਾਸ਼ ਹੋਇਆ ਬਲਬ ਚਾਹੀਦਾ, ਨਹੀਂ ਤਾਂ ਉਦਾਂ ਤੇ ਇਹਨੂੰ ਪੜ੍ਹ ਕੇ ਕਈਆਂ ਨੇ ਕਈ ਮਿਸ਼ਨ ਖੜੇ ਕਰ ਦਿੱਤੇ ਆ ਪ੍ਰਕਾਸ਼ ਨਾ ਹੋਣ ਦਾ ਕਰਕੇ। ਹਾਲੇਲੂਇਆ। ਪਰ ਜਿਹਦੇ ਕੋਲ ਪ੍ਰਕਾਸ਼ ਹੈ ਉਹਦੇ ਕੋਲ ਉਹ ਮਿਸ਼ਨ ਨਹੀਂ ਕੋਈ ਵੀ ਬਣਾਉਂਦਾ। ਹਾਲੇਲੂਇਆ। ਉਹਦਾ ਇੱਕ ਮਿਸ਼ਨ ਹੋ ਜਾਂਦਾ ਕਿ ਮੈਂ ਆਪਣੇ ਪ੍ਰਭੂ ਦੇ ਰੂਪ ਤੇ ਬਣਨਾ ਹੈ। ਹਾਲੇਲੂਇਆ। ਆ ਜਾਓ। ਸੋ ਦਾ ਹਿੰਟ ਮੈਂ ਪੜ੍ਹ ਕੇ ਤੇਜ਼ੀ ਦੇ ਨਾਲ ਫਿਰ ਆਪਾਂ ਅੱਗੇ ਵਧਦੇ ਹਾਂ ਤਾਂ ਕਿ ਅੱਜ ਦੀ ਵੀ ਕੁਝ ਤੁਹਾਨੂੰ ਖੁਰਾਕ ਤਾਜ਼ੀ ਮਿਲ ਜਾਏ। ਸੋ ਦੂਸਰਾ ਕਹਿੰਦੇ ਆ 4:6 ਦੇ ਵਿੱਚ 4 ਤੋਂ 6 ਪੜ੍ਹਿਆ ਸੀ ਆਪਾਂ, ਜਿਹੜਾ ਉਹਦਾ ਨਿਚੋੜ ਆ, ਪਰਮੇਸ਼ਰ ਆਪਣੇ ਤੇਜਵਾਨ ਖੁਸ਼ਖਬਰੀ ਦਾ ਪ੍ਰਕਾਸ਼ ਹਰੇਕ ਦੇ ਅੰਦਰ ਭੇਜਣਾ ਚਾਹੁੰਦਾ ਹੈ। ਉਹਦੀ ਚਾਹਤ ਹੈ ਕਿ ਤੇਜਵਾਨ ਖੁਸ਼ਖਬਰੀ ਦਾ ਪ੍ਰਚਾਰ ਕਿਉਂ ਜੇ ਹਰੇਕ ਦੇ ਅੰਦਰ ਜਾਵੇ। ਪਰਮੇਸ਼ਰ ਭੇਜਣਾ ਚਾਹੁੰਦਾ ਆ, ਪਰ ਜਿਹੜੇ ਸੇਵਕ ਲੋਕ ਸੰਸਾਰ ਨਾਲ ਜੁੜੇ ਹੋਏ ਆ ਉਹ ਤੇਜਵਾਨ ਪ੍ਰਕਾਸ਼ ਨਹੀਂ ਪਹੁੰਚਾਉਣਾ ਚਾਹੁੰਦੇ ਲੋਕਾਂ ਤੱਕ। ਉਹ ਕਿਹੜਾ ਚਾਹੁੰਦੇ ਆ? ਉਹ ਸੁਸਮਾਚਾਰ ਕਿਹੜਾ ਸੁਣਾਉਂਦੇ ਆ? ਕੱਲਾ ਹੀ ਸੁਸਮਾਚਾਰ। ਤੇਜਵਾਨ ਨਹੀਂ, ਜਲਾਲੀ ਸੁਸਮਾਚਾਰ ਨਹੀਂ, ਕੱਲਾ ਹੀ ਸਮਾਚਾਰ ਸੁਣਾਉਣਾ ਚਾਹੁੰਦੇ। ਸੋ ਪਰਮੇਸ਼ਰ ਚਾਹੁੰਦਾ ਕਿ ਜਲਾਲੀ ਕੌਣ ਸੁਣਾਓਗੇ? ਜਿਹੜਾ ਅਭਿਸ਼ੇਕਤ ਹੋਗਾ। ਅਭਿਸ਼ੇਕਤ ਜਿਹੜਾ ਹੋਗਾ ਸੰਸਾਰ ਦੇ ਨਾਲ ਕੀ ਹੋਗਾ? ਉਹਦਾ ਮੋਹ ਚੱਕਿਆ ਹੋਇਆ ਹੋਗਾ। ਹਾਲੇਲੂਇਆ। ਸੋ ਜਦੋਂ ਵਚਨ ਦੀ ਰੋਸ਼ਨੀ ਇੱਕ ਇਨਸਾਨ ਉੱਤੇ ਚਮਕਦੀ ਹੈ ਤਾਂ ਉਸ ਇਨਸਾਨ ਨੂੰ ਰੋਸ਼ਨੀ ਨਹੀਂ ਬਲਕਿ ਉਸ ਰੋਸ਼ਨੀ ਵਿੱਚ ਆਪਣੀ ਹਾਲਤ ਪਤਾ ਲੱਗਦੀ। ਜਦੋਂ ਪ੍ਰਮਾਤਮਾ ਦੇ ਵਚਨ ਦਾ ਪ੍ਰਕਾਸ਼ ਰੋਸ਼ਨੀ ਇੱਕ ਇਨਸਾਨ ਤੇ ਚਮਕਦੀ, ਉਹਨੂੰ ਕੀ ਲੱਗਦੀ ਆ? ਆਪਣੀ ਹਾਲਤ ਪਤਾ ਲੱਗ ਜਾਂਦੀ ਹੈ। ਮੈਂ ਕੀ ਆ? ਪਹਿਲਾਂ ਮੈਂ ਸਭ ਘਮੰਡ ਕਰਦਾ ਮੈਂ ਸਿੱਖ ਆ, ਮੈਂ ਹਿੰਦੂ ਆ, ਮੈਂ ਮੁਸਲਮਾਨ ਆ,
मैं ਉਹਦੀ ਮਸਜਿਦ ਤੋੜ ਦੇਣੀ, मैं ਉਹਦਾ ਗੁਰਦੁਆਰਾ ਢਾ ਦੇਣਾ, मैं ਫਲਾਨਾ ਕਰ ਦੇਣਾ, ਜਿਹੜਾ ਗੁਰਦੁਆਰੇ ਵੱਲ ਨੂੰ ਹੱਥ ਲਾਊਗਾ मैं ਉਹਦੇ ਹੱਥ ਵਾੜ ਦੇਣੇ, मैं ਉਹਦੀ ਧੌਣ ਲਾ ਦੇਣੀ। ਇਹ ਕੁਛ ਹੀ ਚੱਲਦਾ ਹੈ, ਦੱਸੋ ਚੱਲ ਰਿਹਾ ਕਿ ਨਹੀਂ? ਹਾਲੇਲੂਇਆ। ਪਰ ਹੁਣ ਜਦੋਂ ਹਾਲਤ ਪਤਾ ਲੱਗ ਗਈ ਆ ਕਿ ਹੁਣ ਕਹਿੰਦਾ ਭਰਾ ਮੈਂ ਕਿਸੇ ਦਾ ਸਿਰ ਲਾਉਣਾ ਨਹੀਂ, ਮੇਰਾ ਬੇਸ਼ੱਕ ਕੋਈ ਸਿਰ ਲਾਵੇ। ਹਾਲੇਲੂਇਆ। ਮੈਂ ਤਾਂ ਸਾਰੇ ਸਿਰਾਂ ਨੂੰ ਕੀ ਕਰਨਾ ਆ? ਬਚਾਉਣਾ ਆ। ਸਾਰੇ ਸਿਰਾਂ ਨੂੰ ਇੱਕ ਸਿਰ ਦੇ ਥੱਲੇ ਲੈ ਕੇ। ਹਾਲੇਲੂਇਆ। ਹਾਂ, ਪਤਾ ਲੱਗਦਾ ਹੈ ਕਿ ਮੈਂ ਤਾਂ ਬੇਡੋਲ ਅਤੇ ਸੁਨਸਾਨ ਹਾਂ। ਕੀ ਪਤਾ ਲੱਗਦਾ ਉਹਨੂੰ ਹਾਲਤ ਆਪਣੀ ਜਦੋਂ ਰੋਸ਼ਨੀ ਵਿੱਚ ਆ? ਮੈਂ ਕੀ ਆ? ਬੇਡੋਲ ਹਾਂ ਤੇ ਸੁਨਸਾਨ ਹਾਂ। ਮੈਂ ਤਾਂ ਬਦਕਿਸਮਤ ਹਾਂ, ਅਭਾਗਾ ਹਾਂ, ਮੈਂ ਤਾਂ ਈਸ਼ਵਰ ਰਹਿਤ ਹਾਂ, ਮੈਂ ਤਾਂ ਪਾਪੀ ਹਾਂ, ਮੇਰੇ ਉੱਤੇ ਤਾਂ ਸਜ਼ਾ ਦਾ ਹੁਕਮ ਹੈ। ਅਰਥਾਤ ਹੁਣ ਇਸ ਨੂੰ ਆਪਣੀ ਅਸਲੀਅਤ ਪਤਾ ਲੱਗ ਗਈ ਹੈ। ਇੱਕ ਮਨੁੱਖ ਇਹ ਕੰਮ ਆਪਣੀ ਕੋਸ਼ਿਸ਼, ਬਲ, ਬੁੱਧੀ ਜਾਂ ਗਿਆਨ ਨਾਲ ਨਹੀਂ ਕਰ ਸਕਦਾ। ਇਸ ਦੇ ਅੰਦਰ ਇਹ ਰੋਸ਼ਨੀ, ਜਿਸ ਦੇ ਅੰਦਰ ਇਹ ਰੋਸ਼ਨੀ ਚਮਕਦੀ ਹੈ, ਉਸ ਨੂੰ ਧੱਕਾ ਲਗਾਉਣ ਦੀ ਜ਼ਰੂਰਤ ਨਹੀਂ ਹੈ। ਹਾਲੇਲੂਇਆ। ਹਾਲੇਲੂਇਆ। ਅੱਜ ਕਿਦਾਂ ਕੀ ਜ਼ਰੂਰਤ ਪੈ ਰਹੀ ਹੈ? ਧੱਕੇ ਦੀ ਜ਼ਰੂਰਤ ਪੈ ਰਹੀ ਹੈ। ਮਤਲਬ ਜਿਹਨੂੰ ਧੱਕੇ ਪੈ ਰਹੇ ਨਾ ਉਹਦੇ ਅੰਦਰ ਨਵਾਂ ਜਨਮ ਹੋਇਆ ਨਹੀਂ। ਹਾਲੇਲੂਇਆ। ਕਈਆਂ ਨੂੰ ਧੱਕਾ ਲਵਾਉਣਾ ਪੈਂਦਾ, ਕਈਆਂ ਨੂੰ ਬੱਸਾਂ ਭੇਜਣੀਆਂ ਪੈਂਦੀਆਂ, ਕਈਆਂ ਨੂੰ ਟਰਾਲੀਆਂ ਟਰੈਕਟਰ ਭੇਜਣੇ ਪੈਂਦੇ। ਜਾ ਵੀ ਇੱਥੇ ਬੈਠ ਕੇ ਕੀ ਕਰ ਬਣਾ ਆ ਜਾਂਦੇ। ਇਹਦਾ ਮਤਲਬ ਜਿਹਨੂੰ ਕੋਈ ਸਪੋਰਟ ਦੇਣੀ ਪੈਂਦੀ ਆ ਉਹਦੇ ਅੰਦਰ ਨਵਾਂ ਜਨਮ ਹੋਇਆ ਨਹੀਂ। ਜਿਹਦੇ ਅੰਦਰ ਨਵਾਂ ਜਨਮ ਆ ਉਹ ਆਪ ਜਾਊਗਾ ਤੇ ਆਪਣੇ ਪੁੱਤਰ ਨੂੰ ਵੀ ਕੁਰਬਾਨ ਕਰਨ ਲਈ ਕੀ ਕਰ ਦੂਗਾ? ਹਾਲੇਲੂਇਆ। ਪੈਂਡੀ ਦੀ ਤਾਂ ਗੱਲ ਹੀ ਛੱਡੋ, 3 ਦਿਨ ਦਾ ਪੈਂਡਾ ਵੀ ਪੈਂਡਲ ਹੀ ਕਰੂਗਾ। ਹਾਲੇਲੂਇਆ। ਆਪਾਂ ਨੂੰ ਲੱਗਦਾ ਯਾਰ 20-25 ਕਿਲੋਮੀਟਰ ਦੂਰ ਚਰਚਿਆ, 40-50 ਕਿਲੋਮੀਟਰ 100 ਕਿਲੋਮੀਟਰ ਦੂਰ ਚਰਚਿਆ, ਹੈ। ਹਾਲੇਲੂਇਆ। ਉੱਥੇ ਜਾਣ ਲਈ ਕਈ ਕੁਝ ਸੋਚਦੇ ਰਹਿੰਦੇ। ਉਹਨੇ ਮੁੰਡਾ ਵੀ ਆਪਣਾ ਲੈ ਗਿਆ ਕੁਰਬਾਨ ਕਰਨ ਲਈ ਨਾਲ ਹੀ, ਜਿਹਦੇ ਅੰਦਰ ਕੀ ਹੋਇਆ ਸੀਗਾ? ਕੰਮ ਹੋਇਆ। ਹਾਲੇਲੂਇਆ। ਆ ਜਾਓ। ਲਗਾਉਣ ਦੀ ਜ਼ਰੂਰਤ ਨਹੀਂ। ਰੋਸ਼ਨੀ ਚਮਕਣ ਦੇ ਬਾਵਜੂਦ ਵੀ ਅਜੇ ਇਸ ਦੇ ਵਿੱਚੋਂ ਪਾਪ ਨਹੀਂ ਨਿਕਲਿਆ। ਰੋਸ਼ਨੀ ਚਮਕਾ ਦਿੱਤੀ ਆ, ਪਾਪ ਅਜੇ ਨਿਕਲਿਆ ਨਹੀਂ। ਪਾਪ ਦੀ ਹਾਲਤ ਇਹਨੂੰ ਕੀ ਰੋਸ਼ਨੀ ਦੱਸ ਰਹੀ ਹੈ। ਠੀਕ ਹੈ। ਚਮਕਣ ਦੇ ਬਾਵਜੂਦ ਵੀ ਇਸ ਦਿਨ ਪਾਪ ਨਹੀਂ ਨਿਕਲਿਆ ਨਹੀਂ, ਕੇਵਲ ਅਹਿਸਾਸ ਹੋਇਆ। ਪਾਪ ਦਾ ਕੀ ਹੋ ਗਿਆ ਹੈ? ਅਹਿਸਾਸ ਦਾ। ਮੈਂ ਕੀ ਹਾਂ? ਪਾਪੀ ਹਾਂ, ਪਾਪ ਵਿੱਚ ਰਹਿਣਾ ਆ। ਅਰਥਾਤ ਪਾਪ ਦਿਖਾਈ ਦਿੱਤਾ ਹੈ। ਜਦੋਂ ਇਹ ਕੰਮ ਹੁੰਦਾ ਤਾਂ ਇੱਕ ਮਨੁੱਖ ਟੁੱਟ ਜਾਂਦਾ ਹੈ, ਦੁਖੀ ਹੁੰਦਾ। ਹੁਣ ਇਹਦੇ ਵਿੱਚ ਦੁੱਖ ਕਿਹੜਾ ਆ ਗਿਆ ਵੀ? ਜਿਹਦੇ ਵਿੱਚ ਨਵਾਂ ਜਨਮ ਹੋ ਗਿਆ। ਕਿਹੜੀ ਗੱਲ ਦਾ ਦੁੱਖ ਆ ਗਿਆ? ਹਾਂ, ਤੇ ਕੀ ਹੋ ਜਵੇ? ਮੇਰਾ ਪਾਪ ਕੀ ਹੋ ਜਵੇ? ਕੋਈ ਹਾਲਤ ਵੀ ਹੋਵੇ ਮੇਰਾ ਪਾਪ ਮਾਫ ਹੋ ਜਾਵੇ। ਕੋਈ ਨੁਕਸਾਨ ਹੋਵੇ ਮੇਰਾ ਪਾਪ ਕੀ ਹੋ ਜਾਵੇ? ਮਾਫ ਹੋ ਜਾਵੇ। ਹਾਲੇਲੂਇਆ। ਪਾਪ ਮਾਫ ਹੋਣ ਦੀ ਪਹਿਲੀ ਉਹਦਾ ਮੰਨਿਆ, ਪਹਿਲਾ ਮਨ ਪਾਪ ਮਾਫ। ਹਾਲੇਲੂਇਆ। ਅੱਜ ਤਾਂ ਪਾਦਰੀ ਦੀ ਮੱਤ ਮਾਰੀ ਹੁੰਦੀ, ਕਦੋਂ ਕੰਮ ਬਣੂ, ਕਦੋਂ ਕੰਮ ਬਣੂ, ਕਦੋਂ ਬਿਮਾਰੀ ਜਾਊ, ਕਦੋਂ ਠੀਕ ਹੋਊ, ਕਦੋਂ ਕਦੋਂ ਕਦੋਂ। ਹਾਲੇਲੂਇਆ। ਪਰ ਜਦੋਂ ਪਾਪ ਦੀ ਹਾਲਤ ਪਤਾ ਲੱਗ ਜਾਂਦੀ ਫਿਰ ਦੁਖੀ ਹੋ ਜਾਂਦਾ। ਕਦੋਂ ਪਾਪ ਜਾਊ? ਆਪਣੇ ਮਨ 'ਚ ਵੀ ਗੱਲ ਕਰਦਾ, ਆਪਣੇ ਦਾਸ ਨਾਲ ਵੀ ਗੱਲ ਕਰਦਾ, ਆਪਣੇ ਰੱਬ ਨਾਲ ਵੀ ਗੱਲ ਕਰਦਾ, ਪ੍ਰਭੂ ਮੇਰਾ ਪਾਪ ਮੇਰੇ ਤੋਂ ਕੀ ਕਰ ਦਿਓ? ਦੂਰ ਕਰ ਦਿਓ। ਹਾਲੇਲੂਇਆ। ਆਹ ਹਾਲਤ ਹੁੰਦੀ ਹੈ ਜੀ ਜਿਹਦਾ ਨਵਾਂ ਜਨਮ ਹੁੰਦਾ ਹੈ। ਜੇ ਕਿਸੇ ਦੀ ਇਦਾਂ ਦੀ ਹਾਲਤ ਹੋਈ ਸੀ ਤੇ ਸਮਝੋ ਤੁਹਾਡਾ ਨਵਾਂ ਜਨਮ ਹੋ ਗਿਆ। ਤੇ ਜੇਕਰ ਕੋਈ ਚਾਹੁੰਦਾ ਆ ਉਹ ਹਾਲਤ ਹੋਵੇ ਜਿਹਦੀ ਨਹੀਂ ਹੋਈ ਤੇ ਉਹਦੀ ਆਹ ਹਾਲਤ ਹੋਣੀ ਤੇ ਫਿਰ ਉਹਦਾ ਨਵਾਂ ਜਨਮ ਹੋਣਾ ਹੈ। ਹਾਲੇਲੂਇਆ। ਨਵਾਂ ਜਨਮ ਹੋਣਾ ਮਤਲਬ ਕਿ ਮੇਰੀ ਆਤਮਾ ਵਿੱਚ ਪਰਮਾਤਮਾ ਦੀ ਆਤਮਾ ਦਾ ਵਾਸ ਹੋ ਜਾਣਾ। ਮੇਰੀ ਮਰੀ ਹੋਈ ਆਤਮਾ 'ਚ ਕੀ ਹੋ ਜਾਣਾ? ਪਰਮੇਸ਼ਰ ਦਾ ਵਾਸ, ਜਨਮ ਆ ਜਾਣਾ, ਨਵਾਂ ਜੀਵਨ ਆ ਜਾਣਾ। ਹਾਲੇਲੂਇਆ। ਆ ਜਾਓ ਫਿਰ ਅਸੀਂ ਹੁਣ 17-18 ਦੁਆਰਾ ਪੜ੍ਹੀਏ। ਭਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਰ ਜਿਹੜਾ ਤੇਜ ਦਾ ਪਿਤਾ ਆ। ਉਹ ਕਾਹਦਾ ਪਿਤਾ ਆ ਵੀ? ਤੇਜ ਦਾ। ਯਿਸੂ ਮਸੀਹ ਦਾ ਜਿਹੜਾ ਪਰਮੇਸ਼ਰ ਹੈ ਉਹ ਕਾਹਦਾ ਪਿਤਾ ਆ? ਤੇਜ ਦਾ ਪਿਤਾ ਆ। ਪਿਤਾ ਦਾ ਮਤਲਬ ਪੈਦਾ ਕਰਨ ਵਾਲਾ, ਤੇਜ ਨੂੰ ਪੈਦਾ ਕਰਨ ਵਾਲਾ, ਤੇਜ ਦਾ ਪਿਤਾ ਆ। ਹਾਂ। ਆਪਣੀ ਪੂਰੀ ਪਛਾਣ ਵਿੱਚ ਗਿਆਨ ਅਤੇ ਪ੍ਰਕਾਸ਼ ਦਾ ਆਤਮਾ। ਉਹ ਪ੍ਰਮਾਤਮਾ ਆਪਣੀ ਪੂਰੀ ਪਹਿਚਾਣ ਵਿੱਚ ਗਿਆਨ ਤੇ ਪ੍ਰਕਾਸ਼ ਦਾ ਆਤਮਾ ਤੁਹਾਨੂੰ ਦਾਨ ਕਰੇ ਕਿ ਤੁਹਾਡੇ ਦਿਲ ਦੀਆਂ ਅੱਖਾਂ ਨੂੰ ਚਾਨਣ ਹੋਵੇ ਤਾਂ ਜੋ ਤੁਸੀਂ ਜਾਣ ਲਵੋ ਭਈ ਉਹਦੇ ਸੱਦੇ ਤੋਂ ਕੀ ਆਸ ਹੁੰਦੀ ਹੈ ਅਤੇ ਸੰਤਾਂ ਵਿੱਚ ਉਹਦੇ ਤੇਜਵਾਨ ਅਧਿਕਾਰ ਦਾ ਧਨ ਕੀ ਹੈ। ਤੇਜਵਾਨ ਅਧਿਕਾਰ ਆ ਸਾਡੇ ਕੋਲ। ਹਾਲੇਲੂਇਆ।
ਤੇਜਵਾਨ ਅਧਿਕਾਰ ਕਿਸ ਭੈਣ ਭਰਾ ਨੂੰ ਮਿਲਣਾ ਆ ਜਿਹਦੇ ਕੋਲ ਤੇਜਵਾਨ ਸੁਸਮਾਚਾਰ ਹੈ। ਹਾਲੇਲੂਇਆ ਹਾਲੇਲੂਇਆ। ਮਤਲਬ ਜਲਾਲੀ ਅਧਿਕਾਰ ਜਿਹੜਾ ਹੈ, ਅੱਗ ਵਾਲਾ ਅਧਿਕਾਰ ਜਿਹੜਾ ਆ, ਉਹ ਕਿਹਨੂੰ ਮਿਲਣਾ ਹੈ? ਜਿਹਦੇ ਕੋਲ ਅੱਗ ਵਾਲਾ ਸਮਾਚਾਰ ਹੈ। ਹਾਲੇਲੂਇਆ। ਕਿਉਂਕਿ ਅੱਗ ਵਾਲੇ ਸਮਾਚਾਰ 'ਚ ਯਿਸੂ ਮਸੀਹ ਕਹਿੰਦਾ ਮੈਂ ਅੱਗ ਲਾਉਣਾ ਹੈ। ਕਿਹਦੇ? ਧੀ ਨੂੰ ਮਾਂ ਤੋਂ ਅੱਡ ਕਰਨਾ ਹੈ, ਪਿਓ ਨੂੰ ਪੁੱਤ ਤੋਂ ਅੱਡ ਕਰਨਾ ਹੈ, ਭੈਣ ਨੂੰ ਭਰਾ ਤੋਂ ਅੱਡ ਕਰਨਾ। ਕਾਰਨ ਕੀ ਆ? ਕਿਉਂਕਿ ਪਿਓ ਦੀ ਜਿਹੜੀ ਆ ਉਹਦਾ ਵਿਸ਼ਵਾਸ ਬਣ ਨਹੀਂ ਰਿਹਾ, ਤੇ ਧੀ ਦਾ ਕੀ ਬਣ ਗਿਆ? ਵਿਸ਼ਵਾਸ ਬਣ ਗਿਆ। ਇਸ ਲਈ ਹੁਣ ਖੁਦਾ ਕੀ ਚਾਹੁੰਦਾ ਆ? ਜਿਹੜੀ ਧੀ ਆ ਉਹ ਅੱਗੇ ਵੱਧਦੀ ਜਾਵੇ। ਹਾਲੇਲੂਇਆ। ਇਸੇ ਤਰੀਕੇ ਨਾਲ ਜਿਹੜਾ ਅੱਗੇ ਪਿਓ ਆ ਅੱਗੇ ਵੱਧ ਰਿਹਾ, ਤੇ ਧੀ ਨੂੰ ਕੀ ਕਰ ਦੇਣਾ? ਅੱਡ ਕਰ ਦੇਣਾ। ਜਿਹੜਾ ਅੱਗੇ ਵੱਧ ਰਿਹਾ ਉਹ ਅੱਡ ਕਰਕੇ ਕੀ ਕਰਨਾ? ਉਹਨਾਂ ਨੂੰ ਹੋਰ ਉਹਨਾਂ ਵਿੱਚ ਨੂਰ ਭਰਦੇ ਜਾਣਾ, ਉਹਨਾਂ 'ਚ ਹੋਰ ਜਲਾਲ ਕੀ ਕਰਨਾ ਆ? ਭਰਦੇ ਜਾਣਾ ਆ। ਹਾਲੇਲੂਇਆ ਹਾਲੇਲੂਇਆ। ਤੇ ਇਹਨੇ ਲਿਖਿਆ ਹੈ ਵਚਨ 'ਚ, ਮੇਰੇ ਕੋਲ ਗਲਤੀ ਤਾਂ ਨਹੀਂ ਹੋ ਰਹੀ? ਮੈਂ ਮੇਲ ਕਰਾਉਣ ਨਹੀਂ, ਅੱਡ ਕਰਨਾ ਹੈ। ਇਹ ਉਪਦੇਸ਼ ਕਦੋਂ ਦਾ? ਯਿਸੂ ਮਸੀਹ ਨੇ ਵੀ ਸੁਸਮਾਚਾਰ ਸੁਣਾਇਆ ਹੈ, ਪਰ ਇੱਕ ਜਲਾਲੀ ਸਮਾਚਾਰ ਵੀ ਸੁਣਾਇਆ। ਸੁਸਮਾਚਾਰ ਸੀ ਸਾਰੇ ਥੱਕੇ ਹੋਏ ਭਾਰਤ ਆਜੋ ਮੈਂ ਤੁਹਾਨੂੰ ਕੀ ਕਰ ਦੂੰਗਾ। ਉਹਨਾਂ ਨੂੰ ਆਰਾਮ ਦੇ ਕੇ ਕੀ ਕਰਤਾ? ਭੇਜਤਾ। ਹੁਣ ਰੋਟੀਆਂ ਖਿਲਾ ਕੇ ਕੀ ਕਰਤਾ? ਭੇਜਤਾ। ਹੁਣ ਇਹ ਜ਼ਰੂਰਤਾਂ ਪੂਰੀਆਂ ਕਰਕੇ ਕੀ ਕਰਤਾ? ਹਾਲੇਲੂਇਆ ਹਾਲੇਲੂਇਆ। ਤੇ ਜਿਹੜੇ ਨਾਲ ਦੇ ਸੀ ਨਾ, ਉਹ ਜਿਹੜੇ ਬੱਚੇ ਟੁਕੜੇ ਉਹਨਾਂ ਨੂੰ ਖਿਲਾਉਂਦਾ ਸੀ। ਜਿਹੜੇ ਮਿੱਟੀ 'ਚ ਬਾਅਦ ਡਿੱਗੇ ਟੁਕੜੇ ਟਾੜੇ, ਕਹਿੰਦੇ ਇਕੱਠੇ ਕਰੋ, ਵੇਸਟ ਨਹੀਂ ਹੋਣਾ ਚਾਹੀਦਾ। ਪ੍ਰਾਰਥਨਾ ਕੀਤਾ ਹੋਇਆ ਭੋਜਨ ਵੇਸਟ ਹੋਣਾ ਚਾਹੀਦਾ ਨਹੀਂ। ਇਸ ਲਈ ਜਿਹੜੀ ਪ੍ਰਾਰਥਨਾ ਤੁਸੀਂ ਰੋਟੀ ਤੇ ਕਰਦੇ, ਦਾਲ ਤੇ ਕਰਦੇ, ਸਬਜ਼ੀ ਤੇ ਕਰਦੇ, ਤੁਹਾਡੇ ਘਰ 'ਚ ਉਹ ਡਸਟਬਿਨ 'ਚ ਹੋਣੀ ਚਾਹੀਦੀ ਨਹੀਂ। ਹਾਲੇਲੂਇਆ। ਉਹਨੂੰ ਖਾਣਾ ਆ, ਜਿੰਨਾ ਖਾਣਾ ਉਹਨਾਂ ਪਾਓ, ਥੋੜਾ ਪਾਓ, 2-3 ਵਾਰੀ ਖਾਓ। ਐਵੇਂ ਵਾਧੂ ਪਾ ਕੇ ਬਾਅਦ ਅੱਧ ਪਚੱਧਾ ਵਿੱਚ ਛੱਡੋ ਨਾ। ਕਿਉਂਕਿ ਉੱਤੇ ਕੀ ਹੋਈ ਆ? ਕਿਉਂਕਿ ਅਸੀਂ ਧੰਨ ਲੋਕ ਆ ਜਿਹੜੇ ਅਸੀਂ ਭੋਜਨ ਖਾਣੇ, ਉੱਤੇ ਕੀ ਹੁੰਦੀ ਹੈ? ਯਿਸੂ ਨਾਮ 'ਚ ਕੀ ਹੁੰਦੀ ਆ? ਪ੍ਰਾਰਥਨਾ ਹੁੰਦੀ ਆ, ਪਰਮਾਤਮਾ ਦੀ ਬਰਕਤ ਉੱਤੋਂ ਆਉਂਦੀ ਆ। ਹਾਲੇਲੂਇਆ। ਇਸ ਲਈ ਉਹਨਾਂ ਨੂੰ ਵੀ ਕਿਹੜੀ ਰੋਟੀ ਦਿੱਤੀ? ਜਿਹੜੇ ਟੁਕੜੇ ਉਹਨਾਂ ਨੇ ਚੱਕੇ ਸੀ ਉਹ ਖਿਲਾਈ ਆ ਜਲਾਲੀ ਸਮਾਚਾਰ ਵਾਲੇ। ਹਾਲੇਲੂਇਆ ਹਾਲੇਲੂਇਆ। ਜਿਨ੍ਹਾਂ ਨੇ ਅੱਗੇ ਵਧਣਾ, ਉਸ ਤਖਤ ਤੱਕ ਅਧਿਕਾਰ ਪਾਉਣਾ ਹੈ ਨਾ, ਉਹਨਾਂ ਦੇ ਲਈ ਫਿਰ ਥੋੜਾ ਜਿਹਾ ਪ੍ਰੋਗਰਾਮ ਵੀ ਸਖਤ ਹੈ। ਹਾਲੇਲੂਇਆ। ਬਾਕੀ ਸਾਰਿਆਂ ਦੇ ਨੇਤਾ ਨੂੰ ਪ੍ਰਭੂ ਜਾਣਦਾ, ਇਹਨੂੰ ਬਰਕਤ ਦੇ ਨਾਲ ਲੋੜਿਆ, ਚੱਲ ਵੀ ਤੈਨੂੰ ਬਰਕਤ ਦੇ। ਹਾਲੇਲੂਇਆ। ਔਰ ਬਰਕਤ ਵੀ ਉਹ ਇੱਥੇ ਧਰਤੀ ਤੇ ਲੋਕਾਂ ਨੂੰ ਇੰਨੀ ਦੇ ਦੇਣੀ ਚਾਹੁੰਦਾ ਆ, ਜ਼ਮੀਨ ਦੇ ਲੋਕਾਂ ਨੇ ਜਿਹੜੇ ਉਹਦੇ ਨਾਮ 'ਚ ਬਰਕਤ ਮੰਗਦੇ ਆ, ਕਿ ਉਹਦੇ ਨਾਲ ਦਾ ਕੋਈ ਬੰਦਾ ਹੋਰ ਕੋਈ ਧਨੀ ਹੋ ਹੀ ਸਕਦਾ ਨਹੀਂ। ਪਰ ਗਾਂ ਉਹਦਾ ਧਨ ਹੋ ਸਕਦਾ, ਉੱਪਰ ਉਹਦਾ ਧਨ ਖਤਮ ਹੋ ਆਣਾ। ਗੱਲਾਂ ਸਮਝ ਆ ਜਾ। ਠੀਕ ਹੈ ਜੀ। ਤੇਜਵਾਨ ਅਧਿਕਾਰ ਦਾ ਧਨ ਦਾ ਅਧਿਕਾਰ ਦਾ ਧਨ ਉਹਨੂੰ ਪਤਾ ਹੋਵੇ। ਠੀਕ ਹੈ। ਅੱਗੇ ਇਹਦੇ 'ਚ ਹੁਣ ਹਿੰਟ ਲਿਖਣਾ ਸੀ, ਲਿਖ ਲਓ। ਇਸ ਗੱਲ ਦਾ ਜਿਹੜਾ ਪ੍ਰਕਾਸ਼ ਆ ਉਹਨੂੰ ਲਿਖ ਲਓ। ਪਰਮੇਸ਼ਰ ਜਦੋਂ ਮਨ ਦੀਆਂ ਅੱਖਾਂ ਨੂੰ ਖੋਲਦਾ ਹੈ, ਠੀਕ ਹੈ ਜੀ ਨਾ, ਤਾਂ ਕਿ ਤੁਹਾਡੇ ਮਨ ਦੀਆਂ ਅੱਖਾਂ ਕੀ ਹੋ ਜਾਣ? ਖੁੱਲ ਜਾਣ, ਰੋਸ਼ਨ ਹੋ ਜਾਣ। ਕਿਉਂਕਿ ਮਨ ਦੀਆਂ ਅੱਖਾਂ ਰੋਸ਼ਨ ਹੋਣਾ, ਰੋਸ਼ਨੀ ਵਾਲਾ ਸਾਨੂੰ ਸੁਸਮਾਚਾਰ ਚਾਹੀਦਾ। ਪਰਮੇਸ਼ਰ ਜਦੋਂ ਮਨ ਦੀਆਂ ਅੱਖਾਂ ਨੂੰ ਖੋਲਦਾ ਹੈ, ਫਿਰ ਹੀ ਮੈਨੂੰ ਮੇਰੀ ਬੁਲਾਹਟ ਦਾ ਪਤਾ ਲੱਗਦਾ ਹੈ। ਨਹੀਂ ਤਾਂ ਉਦਾਂ ਹੀ ਜਾਈ ਜਾਂਦੇ ਆ, ਜੋ ਪਾਲ ਜੀ ਕਹਿੰਦਾ ਕਰੀ ਜਾਂਦੇ ਆ। ਹਾਲੇਲੂਇਆ। ਪਰ ਜਦੋਂ ਮਨ ਦੀਆਂ ਅੱਖਾਂ ਖੁੱਲਦੀਆਂ, ਮੇਰੀ ਬੁਲਾਹਟ ਦਾ ਮੈਨੂੰ ਕਹਿੰਦਾ ਪਤਾ ਲੱਗ ਜਾਣਾ, ਮੈਨੂੰ ਖੁਦਾ ਨੇ ਹੱਥ ਕਿੱਦਾਂ ਪਾਇਆ ਹੈ। ਮੈਂ ਪਤਾ ਕਈਆਂ ਨੂੰ ਸਾਨੂੰ ਕਾਹਦੇ ਲਈ ਬੁਲਾਇਆ? ਬਸ ਦਾਨ ਹੀ ਦੇਈ ਚਲੋ। ਕੀ ਕਰੀ ਚਲੋ ਭਲਾ? ਇਸੇ ਲਈ ਬੁਲਾਇਆ। ਤੁਹਾਡਾ ਮਨ ਹੀ ਇੱਦਾਂ ਦਾ ਪ੍ਰਭੂ ਨੇ ਬਣਾ ਕੇ ਰੱਖਣਾ, ਦਾਨ ਹੀ ਦੇ ਜਾਣਾ। ਤੈਨੂੰ ਰੱਤੀ ਪਲ ਪੀੜ ਨਹੀਂ ਹੋਣੀ ਦਾਨ ਦੇਣ ਲੱਗੀ। ਤੂੰ ਆਪਣਾ ਘਰ ਵੀ ਵੇਚ ਸਕਦਾ, ਸਭ ਕੁਝ ਕਰ ਸਕਦਾ, ਤੂੰ ਦਾਨ ਹੀ ਦੇ ਜਾਣਾ। ਪਰ ਜੇ ਬੁਲਾਹਟ ਹੈ, ਜੇ ਬੁਲਾਹਟ ਨਹੀਂ, ਤੇ ਫਿਰ ਤੂੰ ਦਾਨ ਵੀ ਦੇ ਸਕਦਾ ਨਹੀਂ। ਹਾਲੇਲੂਇਆ। ਕਾਹਦੇ ਲਈ ਬੁਲਾਇਆ? ਕਈਆਂ ਨੂੰ ਦਾਨ ਦੇਣ ਲਈ ਬੁਲਾਇਆ, ਕਈਆਂ ਨੂੰ ਪ੍ਰਬੰਧ ਕਰਨ ਲਈ ਬੁਲਾਇਆ, ਕਈਆਂ ਨੂੰ ਸੁਸਮਾਚਾਰ ਸੁਣਾਉਣ ਲਈ ਬੁਲਾਇਆ, ਕਈਆਂ ਨੂੰ ਟਿਕਾਊ ਸੇਵਕ ਹੋਣ ਲਈ ਬੁਲਾਇਆ, ਕਈਆਂ ਨੂੰ ਐਲਡਰ ਹੋਣ ਲਈ ਬੁਲਾਇਆ, ਸੇਵਕ ਦੇ ਨਾਲ ਮੋਢਾ ਜੋੜ ਕੇ ਚੱਲਣ ਲਈ। ਹਾਲੇਲੂਇਆ। ਇਸ ਤਰੀਕੇ ਨਾਲ ਵੱਖਰੀਆਂ ਚੀਜ਼ਾਂ ਆ। ਉਹ ਤੇ ਸਾਨੂੰ ਜਦੋਂ ਮਨ ਦੀਆਂ ਅੱਖਾਂ ਖੋਲਦੀਆਂ ਤੇ ਬੁਲਾਹਟ ਕੀ ਆਉਂਦੀ ਆ, ਪਤਾ ਲੱਗ ਜਾਂਦੀ। ਹਾਲੇਲੂਇਆ। ਇਹਦੇ ਜਿਹਨੇ ਮਨ ਦੀਆਂ ਅੱਖਾਂ ਖੋਲੀਆਂ ਨਹੀਂ ਹੁੰਦੀਆਂ, ਉਹ ਥੋੜੀ ਦੇਰ ਤਾਂ ਕਰਦਾ ਹੈ ਸੇਵਾ ਸੁਭਾ ਕੁਝ ਵੀ, ਪਰ ਉਹ ਸਾਰਾ ਟਾਈਮ ਹੁੰਦੀ, ਕਿਉਂਕਿ ਮਨ ਦੀਆਂ ਅੱਖਾਂ ਖੁੱਲੀਆਂ ਨੇ। ਮਨ ਦੀਆਂ ਅੱਖਾਂ ਦੇ ਥਰੂ ਜਿਹੜਾ ਕੰਮ ਹੋਇਆ ਆ, ਉਹ ਫਿਰ ਮੇਰੇ ਤੋਂ ਜਾਂਦਾ ਨਹੀਂ। ਉਹ ਕੀ ਹੁੰਦਾ? ਅੱਗੇ ਬਾਅਦ ਤੋਂ ਫਲਦਾਰ ਹੁੰਦਾ ਜਾਂਦਾ ਆ। ਹਾਲੇਲੂਇਆ। ਆ ਜਾਓ।
ਮੈਨੂੰ ਮੇਰੀ ਬਲਾਟ ਤੇ ਪਤਾ ਲੱਗ ਜਾਂਦੀ ਪਰਮੇਸ਼ਰ ਨੂੰ ਮੇਰੇ ਸਰੀਰ ਦੇ ਦੁੱਖ ਨਾਲ ਕੋਈ ਵਾਸਤਾ ਨਹੀਂ ਹੈ। ਲੈ ਲਓ ਤੁਸੀਂ ਕਹਿਣਾ ਅਸੀਂ ਤਾਂ ਕੁਝ ਹੋਰ ਸੋਚ ਕੇ ਆਏ ਸੀ, ਇੱਧਰ ਕੰਮ ਹੀ ਹੋਰ ਕੁਝ ਹੋ ਗਿਆ। ਪਰਮੇਸ਼ਰ ਨੂੰ ਮੇਰੇ ਸਰੀਰ ਦੇ ਦੁੱਖ ਨਾਲ ਕੋਈ ਵਾਸਤਾ ਨਹੀਂ ਹੈ। ਸਰੀਰ ਦੇ ਦੁੱਖ ਨਾਲ ਸਮਝਦੇ ਹੋ, ਜਿਹੜਾ ਮੇਰਾ ਸਰੀਰ 'ਚ ਦੁੱਖ ਆ ਹੈ ਨਾ, ਇਹਦੇ ਨਾਲ ਉਹਨੂੰ ਕੋਈ ਵਾਸਤਾ ਨਹੀਂ ਪਰਮੇਸ਼ਰ ਨੂੰ। ਇਹ ਗੱਲਾਂ ਔਖੀਆਂ ਆ, ਕਿਉਂਕਿ ਇਹਨੂੰ ਸੁਣ ਕੇ 70 ਚੇਲੇ ਕੀ ਹੋ ਗਏ ਸੀਗੇ, ਚਲੇ ਗਏ ਸੀਗੇ। ਹਾਲੇਲੂਇਆ। ਸੋ ਪਰਮੇਸ਼ਰ ਨੂੰ ਮੇਰੇ ਸਰੀਰ ਦੇ ਦੁੱਖ ਨਾਲ ਕੋਈ ਵਾਸਤਾ ਨਹੀਂ ਹੈ, ਉਸ ਨੂੰ ਮੇਰੇ ਪ੍ਰਾਣ ਅਤੇ ਆਤਮਾ ਨਾਲ ਵਾਸਤਾ ਹੈ। ਭਾਈ ਸਾਰੇ ਨਾਲ ਹੈ ਵੀ ਪ੍ਰਾਣ ਤੇ ਆਤਮਾ ਨਾਲ। ਹਾਲੇਲੂਇਆ, ਹਾਲੇਲੂਇਆ। ਇਹ ਲਵਾਵਾ ਫਰਜ਼ ਵੀ ਕੋਈ ਗੱਲ ਨਹੀਂ, ਅੰਦਰਲਾ ਸਮਾਨ ਡਿੱਗਣ ਦੇਣਾ ਨਹੀਂ, ਅੰਦਰਲਾ ਸਮਾਨ ਕਿਤੇ ਇੱਥੇ ਵੇਸਟ ਨਾ ਹੋ ਜਾਵੇ। ਇਸ ਗੱਲ ਨਾਲ ਪ੍ਰਭੂ ਨੂੰ ਬੜੀ ਫਿਕਰ ਹੈ, ਚਿੰਤਾ ਹੈ। ਦੱਸੋ ਇਹ ਚਿੰਤਾ ਮਾੜੀ ਹੈ? ਇਹਦਾ ਮਤਲਬ ਪਰਮੇਸ਼ਰ ਪਿਆਰ ਕਰਦਾ ਨਾ, ਹੱਦ ਤੱਕ ਆ। ਹਾਲੇਲੂਇਆ। ਉਹਦਾ ਮੇਰੀ ਆਤਮਾ ਤੱਕ ਪਿਆਰ ਹੈ। ਆ ਸਾਡੇ ਬੰਦਿਆਂ ਦਾ, ਭੈਣ ਭਰਾਵਾਂ, ਰਿਸ਼ਤੇਦਾਰਾਂ ਦਾ ਸਾਡੇ ਕਿੱਥੋਂ ਤੱਕ ਪਿਆਰ ਹੈ? ਸ਼ਰੀਰਾਂ ਤੱਕ। ਹਾਲੇਲੂਇਆ। ਪਰ ਸਾਡੇ ਪਰਮੇਸ਼ਰ ਦਾ ਪਿਆਰ ਕਿੱਥੋਂ ਤੱਕ ਆ? ਪ੍ਰਾਣ ਤੇ ਆਤਮਾ ਤੱਕ। ਇਸ ਲਈ ਉਸ ਤੜਫਣ ਵਾਲੀ ਜਗ੍ਹਾ 'ਚ ਨਾ ਚੱਲ ਜਵੇ, ਇਸ ਲਈ ਪ੍ਰਭੂ ਚਾਹੁੰਦਾ ਆ ਕਿ ਬਚਾਏ ਜਾਣ। ਸੋ ਵਾਸਤਾ ਹੈ ਜਦੋਂ ਆਤਮਾ ਵਿੱਚ ਕੰਮ ਹੁੰਦਾ ਹੈ, ਫਿਰ ਸੰਗਤੀ ਮਿਲੇ ਜਾਂ ਨਾ ਮਿਲੇ, ਫਿਰ ਇਹ ਇਕੱਲਾ ਹੀ ਉਸ ਦੇ ਚਰਨਾਂ ਵਿੱਚ ਬੈਠਾ ਰਹਿੰਦਾ ਹੈ। ਹਾਲੇਲੂਇਆ। ਸੋ ਕਈਆਂ ਨੂੰ ਹੁੰਦਾ ਨਾ ਸੰਗਤੀ ਜਿਹੜੀ ਆ 200-300 ਕਿਲੋਮੀਟਰ ਦੂਰ ਆ, ਹਾਂ, ਜਿੱਥੇ ਪਹੁੰਚ ਹੀ ਨਹੀਂ ਹੋ ਸਕਦੀ, ਜਿੱਥੇ ਜਾਇਆ ਹੀ ਨਹੀਂ ਜਾ ਸਕਦਾ, ਸੰਗਤੀ ਕੀਤੀ ਨਹੀਂ ਜਾ ਸਕਦੀ, ਕੋਈ ਗੁੰਜਾਇਸ਼ ਹੀ ਹੈ ਨਹੀਂ, ਹੈ ਨਾ। ਪੈਦਲ ਤੱਕ ਵੀ ਜਾਣਾ ਉੱਥੇ ਬੜਾ ਮੁਸ਼ਕਿਲ ਆ। ਤੇ ਇਹ ਕੀ ਕਰੂਗਾ? ਕੀ ਕਰੂਗਾ ਵੀ ਇਹ ਬੰਦਾ? ਇਕੱਲਾ ਹੀ ਬੈਠ ਕੇ ਚਰਨਾਂ ਵਿੱਚ ਕੀ ਹੋਗਾ? ਬੈਠਾ ਰਹੂਗਾ। ਔਰ ਜਦੋਂ ਬੈਠੂਗਾ ਤੇ ਖੁਦਾ ਕੀ ਕਰੂਗਾ? ਇਹਦੇ ਲਈ ਇੰਤਜ਼ਾਮ ਵੀ, ਇਹਦੇ ਕੋਲ ਦਾਸ ਨੂੰ ਲੈ ਕੇ ਆਊਗਾ, ਦਾਸ ਨੂੰ ਲੈ ਕੇ ਆਊਗਾ। ਹਾਲੇਲੂਇਆ। ਦਾਸ ਨੂੰ ਲੈ ਕੇ ਆਉਂਦਾ ਜੀ। ਕਿਹਨੂੰ ਲੈ ਕੇ ਆਉਂਦਾ ਜੀ? ਦਾਸ। ਹਾਲੇਲੂਇਆ। ਆ ਜਾਓ 5 ਮਿੰਟ ਹੋਰ ਲੈ ਲਈਏ ਜਾਂ ਪ੍ਰਾਰਥਨਾ ਕਰ ਦਈਏ? ਗੱਲ ਹੋਰ ਸਮਝ ਆ ਜਾਵੇ? ਠੀਕ ਹੈ। ਕੁਲਸੀਓਂ 3:10। ਥੋੜਾ ਫੁਰਤੀ ਦੇ ਨਾਲ ਆਪਾਂ ਲਿਖਾਂਗੇ। ਅਤੇ ਜ਼ਿਆਦਾ ਹੋ ਗਿਆ। ਹਾਂ। ਅਤੇ ਨਵੀਂ ਨੂੰ ਪਹਿਨ ਲਿਆ, ਜੋ ਪੂਰਨ ਗਿਆਨ ਲਈ ਆਪਣੇ ਕਰਤਾਰ ਦੇ ਸਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ ਹੈ। ਹਾਂ। ਕੁਲਸੀਓਂ 3:10। ਨਵੀਂ ਨੂੰ ਕੀ ਕਰ ਲਿਆ? ਪਹਿਨ ਲਿਆ। ਹਾਂ, ਜਿਹੜੀ ਕੀ ਹੁੰਦੀ ਆ? ਆਪਣੇ ਕਰਤਾਰ ਦੇ ਰੂਪ ਤੇ ਕੀ ਹੁੰਦੀ ਆ? ਨਵੀਂ ਬਣਦੀ ਜਾਂਦੀ ਹੈ। ਹਾਲੇਲੂਇਆ। ਕਰਤਾਰ ਤਾਂ ਮੇਰੇ ਡੈਡੀ ਦਾ ਵੀ ਨਾਮ ਸੀ, ਉਹਦੇ ਰੂਪ ਤੇ ਬਣਦੀ। ਕਰਤਾਰ ਮਤਲਬ ਕਰਤਾ, ਕਰਤਾ, ਕਰਨ ਵਾਲਾ, ਰਚਣ ਵਾਲਾ, ਸਿਰਜਣਹਾਰ, ਸ੍ਰਿਸ਼ਟੀ ਕਰਤਾ। ਉਹ ਉਹਦੇ ਰੂਪ ਤੇ ਕੀ ਹੁੰਦੀ ਜਾਂਦੀ ਆ? ਬਣਦੀ ਜਾਂਦੀ ਆ। नहीं ਹਾਂਜੀ। ज्ञान प्राप्त करने के लिए हाँ। नया बनता है। ਪੜੋ ਪੜੋ। ਅਤੇ ਨਵੀਂ ਨੂੰ ਪਹਿਨ ਲਿਆ, ਨਵੀਂ ਨੂੰ ਪਹਿਨ ਲਿਆ। ਜੋ ਪੂਰਨ ਗਿਆਨ ਲਈ। ਇਹਦਾ ਮਤਲਬ ਨਵਾਂ ਜਨਮ ਜਿਹੜਾ ਆ, ਇਹ ਨਵੀਂ ਇਨਸਾਨੀਅਤ ਨੂੰ ਕੀ ਕਰ ਲੈਣਾ ਆ? ਪਹਿਨ ਲੈਣਾ ਆ। ਤੇ ਜਦੋਂ ਨਵੀਂ ਇਨਸਾਨੀਅਤ ਕੋਈ ਪਹਿਨ ਲੈਂਦਾ ਆ ਤੇ ਕੀ ਹੁੰਦਾ ਉਹਦੇ ਨਾਲ? ਜੋ ਪੂਰਨ ਗਿਆਨ ਲਈ ਆਪਣੇ ਕਰਤਾਰ ਦੇ ਸਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ ਹੈ। ਹਾਂ, ਪੂਰਨ ਗਿਆਨ ਦੇ ਨਾਲ ਆਪਣੇ ਕਰਤਾਰ ਦੇ ਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ। ਹਾਲੇਲੂਇਆ। ਦੇਖੋ, ਪਰਮੇਸ਼ਰ ਅਣਜਾਣੇ ਵਿੱਚ ਹੀ ਇਸ ਦੀ ਸੋਚ ਵਿੱਚ ਕੰਮ ਕਰਦਾ ਹੈ। ਅਣਜਾਣੇ ਵਿੱਚ ਹੀ ਇਹਨੂੰ ਪਤਾ ਵੀ ਨਹੀਂ ਹੁੰਦਾ ਕਿ ਅੰਦਰ ਕੀ ਹੁੰਦੀ ਜਾ ਰਹੀ ਆ, ਵਿਚਾਰ ਕਿੰਦੇ ਜਾ ਰਹੇ ਆ, ਬਦਲਦੇ ਜਾ ਰਹੇ ਆ, ਸੋਚ ਬਦਲਦੀ ਜਾ ਰਹੀ ਹੈ। ਪਹਿਲਾਂ ਕਿੰਨੀਆਂ ਚਿੰਤਾ, ਕਿੰਨੀਆਂ ਗੱਲਾਂ ਹੋਣ, ਇੱਕੋ ਹੀ ਗੱਲ ਕਿ ਇੱਕ ਦਿਨ ਮੈਂ ਧਰਤੀ ਤੋਂ ਮਰ ਜਾਣਾ ਆ, ਤੇ ਜੇ ਮੈਂ ਬੰਦਾ ਬਣ ਕੇ ਨਾ ਗਿਆ ਇਹ ਸਮੱਸਿਆ ਬੜੀ ਡਾਢੀ ਆ। ਹਾਲੇਲੂਇਆ। ਫਿਰ ਇਹ ਅੰਦਰ ਧੜਕਾ ਲੱਗਾ ਰਹਿੰਦਾ ਹੈ। ਅਣਜਾਣੇ ਵਿੱਚ ਹੀ ਅੰਦਰ ਪਿਓ ਸੁਧਾਰ ਦਾ ਮਨ ਆ ਜਾਂਦਾ, ਨਹੀਂ ਯਾਰ ਹੁਣ ਦੀ ਗਾਲਾਂ ਕੱਢਿਆ ਕਰਨੀ। ਅੱਗੇ ਇੱਕ ਗੱਲ ਤੇ ਇੱਕ ਗਾਲ, ਅਗਲੀ ਗੱਲ ਆਉਣੀ ਆ ਤੇ ਇੱਕ ਗਾਲ ਆਉਣੀ ਆ ਤੇ ਆਉਣੀ ਆ, ਕਿਤੇ ਸੇ। ਹਾਲੇਲੂਇਆ। ਹੁਣ ਗਾਲ ਕੱਢਣ ਲੱਗਿਆ, ਖਿੱਚਣ ਲੱਗਿਆ, ਵੀ ਅੰਦਰੋਂ ਅੰਦਰੋਂ ਇੱਕ ਕੰਟਰੋਲ ਨਹੀਂ, ਯਾਰ ਇਹ ਠੀਕ ਨਹੀਂ, ਇਹ ਠੀਕ ਨਹੀਂ, ਇਹ ਠੀਕ ਨਹੀਂ। ਹਾਲੇਲੂਇਆ। ਕੁਛ ਨਾ ਕੁਛ ਹੁੰਦਾ ਇਦਾਂ ਦਾ, ਕਿਸੇ ਹੈ ਅਨੁਭਵ ਇਦਾਂ ਦਾ। ਹਾਲੇਲੂਇਆ। ਹਾਲੇਲੂਇਆ। ਇਹਦਾ ਮਤਲਬ ਉਹ ਚੀਜ਼ਾਂ ਜਿਹੜੀਆਂ ਉਹ ਅਣਜਾਣੇ ਵਿੱਚ ਕੀ ਹੁੰਦੀਆਂ ਜਾਂਦੀਆਂ ਆ,
ਇਹਨਾਂ ਨੂੰ ਖਤਮ ਹੁੰਦਾ ਜਾਣਾ, ਕਿਉਂਕਿ ਅੰਦਰ ਕੋਈ ਕੰਮ ਹੋ ਰਿਹਾ। ਹਾਲੇਲੂਇਆ। ਪਰਮੇਸ਼ਰ ਅਣਜਾਣੇ ਵਿੱਚ ਹੀ ਇਸ ਦੀ ਸੋਚ ਵਿੱਚ ਕੰਮ ਕਰਦਾ ਅਤੇ ਸੋਚ ਨੂੰ ਬਦਲਦਾ ਹੈ। ਕੀ ਕਰ ਦਿੰਦਾ ਆ? ਸੋਚ ਨੂੰ ਬਦਲਦਾ। ਹੁਣ ਤੱਕ ਇਹ ਬੋਲਦਾ ਸੀ, ਜਿੰਨੀ ਦੇਰ ਤੱਕ ਸੋਚ ਬਦਲੀ ਨਹੀਂ ਉਨੀ ਦੇਰ ਤੱਕ ਇਹ ਕੀ ਬੋਲਦਾ ਸੀ? ਹੁਣ ਤੱਕ ਇਹ ਬੋਲਦਾ ਸੀ ਮੈਂ ਤਾਂ ਨੇਕ ਹਾਂ। ਪਹਿਲਾਂ ਕਹਿੰਦਾ ਮੈਂ ਠੀਕ ਹਾਂ। ਹਾਲੇਲੂਇਆ। ਤੇ ਆਪਣੇ ਠੀਕ ਹੋਣ ਦੇ ਕਈ ਦਾਅਵੇ ਸੁਣਾਉਂਦਾ, ਕਈ ਸ਼ਲੋਕ ਸੁਣਾਉਂਦਾ ਸੀ, ਕਈ ਗਿਆਨ ਵੀ ਸੁਣਾ ਦਿੰਦਾ ਸੀ। ਹਾਲੇਲੂਇਆ। ਮੈਂ ਤਾਂ ਧਨ ਕਮਾ ਰਿਹਾ ਹਾਂ। ਮੈਂ ਤਾਂ ਠੀਕ ਹਾਂ, ਮੈਂ ਕੀ ਕਮਾ ਰਿਹਾ ਬਈ? ਧਨ ਕਮਾ ਰਿਹਾ। ਪਰ ਹੁਣ ਇਸ ਨੂੰ ਪਤਾ ਲੱਗਾ ਹੈ, ਲੱਗਦਾ ਹੈ ਕਿ ਮੈਂ ਤਾਂ ਬੇਡੋਲ ਹਾਂ ਅਤੇ ਸੁਨਸਾਨ ਹਾਂ। ਜਿਹੜਾ ਕਹਿੰਦਾ ਸੀ ਮੈਂ ਕੀ ਹਾਂ, ਮਤਲਬ ਪਹਿਲਾਂ ਨੇਕ ਹਾਂ, ਹੁਣ ਕੀ ਕਹਿੰਦਾ? ਮੈਂ ਕੀ ਹਾਂ? ਬੇਡੋਲ ਹਾਂ। ਮੇਰੀ ਤੇ ਡੀਲ ਡੋਲ ਹੀ ਕੋਈ ਹੈਗੀ ਨਹੀਂ। ਬੇਡੋਲ ਅਤੇ ਸੁਨਸਾਨ ਹਾਂ। ਮੈਂ ਤਾਂ ਬਦਨਸੀਬ ਹਾਂ। ਨਾਲ ਕੀ ਕਹਿੰਦਾ ਫਿਰ? ਜਦੋਂ ਸੱਚਾ ਪ੍ਰਕਾਸ਼ ਆ ਜਾਂਦਾ ਆਪਣੇ ਆਪ ਨੂੰ ਕੀ ਕਹਿੰਦਾ ਆ? ਮੈਂ ਕੀ ਹਾਂ? ਬਦਨਸੀਬ ਹਾਂ, ਈਸ਼ਵਰਹੀਣ ਹਾਂ। ਸੋਚ ਬਦਲ ਗਈ ਨਾ। ਲਿਖਿਆ ਕਰਤਾਰ ਦੇ ਰੂਪ ਤੇ ਕੀ ਹੁੰਦੀ ਜਾਂਦੀ ਆ? ਬਣਦੀ ਜਾਂਦੀ ਹੈ। ਜਦੋਂ ਬਣਦੀ ਜਾਂਦੀ ਤੇ ਆਹ ਚੀਜ਼ਾਂ ਅੰਦਰ ਅੰਦਰ ਵਾਪਰਦੀਆਂ। ਮੈਂ ਤਾਂ ਪਾਪੀ ਹਾਂ, ਮੇਰੇ ਉੱਤੇ ਤਾਂ ਸਜ਼ਾ ਦਾ ਹੁਕਮ ਹੈ। ਇਹ ਗੱਲਾਂ ਨਿਕਲਦੀਆਂ। ਠੀਕ ਹੈ, ਆਪਣੇ ਕੋਲ ਸਮਾਂ ਥੋੜਾ ਹੁੰਦਾ ਆ, ਭੋਜਨ ਥੋੜਾ ਜ਼ਿਆਦਾ ਹੁੰਦਾ। ਹਾਲੇਲੂਇਆ। ਆਪਣੇ ਕੋਲ ਦਿਨ ਪ੍ਰਭੂ ਨੇ ਰੱਖੇ ਆ ਤੇ ਨਾਲ ਸੁੱਤੇ ਜਾਵਾਂਗੇ। ਆਪਣੇ ਆਪਣੇ ਦਿਲਾਂ ਤੇ ਹੱਥ। ਖੁਦਾਵੰਦ ਖੁਦਾ ਤੇਰਾ ਸ਼ੁਕਰ, ਤੇਰੀ ਤਾਰੀਫ ਕਰਦੇ ਹਾਂ, ਧੰਨਵਾਦ ਕਰਦੇ ਹਾਂ ਅੱਜ ਦੇ ਅੱਛੇ ਸਮੇਂ ਲਈ। ਖੁਦਾਵੰਦ ਜਦੋਂ ਇਸ ਜਗ੍ਹਾ ਤੇ ਬੈਠ ਕੇ ਤੇਰੇ ਵਚਨਾਂ ਨੂੰ ਸੁਣਿਆ ਹੈ, ਤੇਰੇ ਵਚਨਾਂ ਦਾ ਪ੍ਰਕਾਸ਼ ਤੇਰੇ ਲੋਕਾਂ ਤੇ ਹੋਰ ਦਿਨ ਪ੍ਰਤੀ ਦਿਨ ਵਧਦਾ ਜਾਵੇ ਔਰ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਤੇਰੇ ਬੱਚਿਆਂ ਨੂੰ ਹੁੰਦਾ ਰਹੇ। ਆਪਣੇ ਲੋਕਾਂ ਨਾਲ ਸੁਪਨਿਆਂ ਦੁਆਰਾ, ਦਰਸ਼ਨਾਂ ਦੁਆਰਾ ਗੱਲ ਕਰ, ਵਚਨਾਂ ਦੁਆਰਾ ਗੱਲ ਕਰ, ਪਵਿੱਤਰ ਆਤਮਾ ਦੁਆਰਾ ਗੱਲ ਕਰ, ਅਰਦਾਸਾਂ ਦੇ ਦੁਆਰਾ ਗੱਲ ਕਰ। ਗੱਲ ਕਰਨੀ ਨਾ ਛੱਡ ਪਿਤਾ, ਕਿਉਂਕਿ ਤੇਰੀਆਂ ਗੱਲਾਂ ਦੇ ਵਿੱਚ ਜੀਵਨ ਹੈ। ਵੱਡੀ ਕਿਰਪਾ ਕਰ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ। ਆਮੀਨ। ਹੁਣ ਸਾਡੇ ਖੁਦਾਵੰਦ ਦਾ ਫਜ਼ਲ, ਬਾਪ ਦੀ ਮੁਹੱਬਤ, ਪਵਿੱਤਰ ਆਤਮਾ ਦਾ ਖਾਕਸ਼ਾ ਕੋਣ ਤੋਂ ਲੈ ਕੇ ਹਮੇਸ਼ਾ ਤੱਕ ਸਭ ਇਮਾਨਦਾਰਾਂ ਨੂੰ ਕਸਲੇ ਨਾਲ ਹੁੰਦੀ ਰਹੇ। ਆਮੀਨ। ਆਮੀਨ। ਹਾਲੇਲੂਇਆ।